78 ਸਾਲ ਪਹਿਲਾਂ 28 ਅਪ੍ਰੈਲ 1945 ਨੂੰ ਇਟਲੀ ਦੇ ਫਾਸਿਸਟ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਨੂੰ ਉਸ ਦੀ ਪ੍ਰੇਮਿਕਾ ਕਲੈਰੇਟਾ ਪੈਟਾਚੀ ਸਮੇਤ ਗੋਲੀ ਮਾਰ ਦਿੱਤੀ ਗਈ ਸੀ। ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਵਿੱਚ ਮੁਸੋਲਿਨੀ ਨੇ ਇੱਕ ਮਸ਼ਹੂਰ ਬਿਆਨ ਦਿੱਤਾ ਸੀ। ਕਿਹਾ ਸੀ, ਜੇ ਮੈਂ ਜੰਗ ਦਾ ਮੈਦਾਨ ਛੱਡ ਦਿੱਤਾ ਤਾਂ ਮੈਨੂੰ ਗੋਲੀ ਮਾਰ ਦਿਓ। ਮੁਸੋਲਿਨੀ ਇਹ ਕਹਿ ਕੇ ਸਿਰਫ ਬਿਆਨਬਾਜ਼ੀ ਕਰ ਰਿਹਾ ਸੀ, ਪਰ ਜਦੋਂ ਮੌਕਾ ਆਇਆ ਤਾਂ ਉਸ ਦੇ ਵਿਰੋਧੀਆਂ ਨੇ ਉਸ ਦੇ ਬਿਆਨ ਦੀ ਸ਼ਾਬਦਿਕ ਪੈਰਵੀ ਕੀਤੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਲੜਾਈ ਵਿੱਚ ਹਾਰਨ ਤੋਂ ਬਾਅਦ ਮੁਸੋਲਿਨੀ ਅਤੇ ਉਸ ਦੀ ਪ੍ਰੇਮਿਕਾ ਕਲੈਰੇਟਾ ਉੱਤਰ ਵੱਲ ਸਵਿਟਜ਼ਰਲੈਂਡ ਦੀ ਸਰਹੱਦ ਵੱਲ ਵਧ ਰਹੇ ਸਨ। ਜਦੋਂ ਗੋਰਡਨ ਕਸਬੇ ਦੇ ਨੇੜੇ ਉਸ ਨੂੰ ਉਸ ਦੇ ਵਿਰੋਧੀਆਂ ਦੁਆਰਾ ਫੜ ਲਿਆ ਗਿਆ, ਜਿਨ੍ਹਾਂ ਨੂੰ ਪਾਰਟੀ ਜਨਨ ਵੀ ਕਿਹਾ ਜਾਂਦਾ ਸੀ, ਉਹਨਾਂ ਨੇ ਉਸ ਨੂੰ ਅਤੇ ਉਸ ਦੇ 16 ਸਾਥੀਆਂ ਨੂੰ ਕੋਮੋ ਝੀਲ ਦੇ ਨੇੜੇ ਬਿਨਾਂ ਕਿਸੇ ਮੁਕੱਦਮੇ ਤੇ ਗੋਲੀ ਮਾਰ ਦਿੱਤੀ ਗਈ। ਦੋਸਤੋ, ਹੁੰਦਾ ਕੀ ਹੈ, 29 ਅਪ੍ਰੈਲ 1945 ਨੂੰ ਸਵੇਰੇ 3 ਵਜੇ ਮਿਲਾਨ ਦੇ ਪਿਆਜ਼ਲੇ ਲੋਰੇਟੋ ਚੌਂਕ ਤੇ ਇੱਕ ਪੀਲੇ ਰੰਗ ਦਾ ਟਰੱਕ ਰੁਕਿਆ। ਮੁਸੋਲਿਨੀ, ਉਸ ਦੀ ਪ੍ਰੇਮਿਕਾ ਅਤੇ ਉਸ ਵਿੱਚ ਰੱਖੇ ਗਏ 16 ਹੋਰ ਲੋਕਾਂ ਦੀਆਂ ਲਾਸ਼ਾਂ ਨੂੰ ਚੌਂਕ ਦੇ ਗਿੱਲੇ ਪੱਥਰਾਂ ਤੇ ਸੁੱਟ ਦਿੱਤਾ ਗਿਆ ਸੀ। 8 ਵਜੇ ਤੱਕ ਅਖਬਾਰ ਦੇ ਇੱਕ ਵਿਸ਼ੇਸ਼ ਐਡੀਸ਼ਨ ਅਤੇ ਇੱਕ ਰੇਡੀਓ ਬੁਲੇਟਿਨ ਰਾਹੀਂ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲਾ ਦੀ ਗਈ ਕਿ ਡੂਚੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਦੀ ਲਾਸ਼ ਪਿਆਜ਼ਾ ਲੋਰੇਟੋ ਵਿੱਚ ਪਈ ਹੈ। ਇਹ ਉਹੀ ਥਾਂ ਸੀ ਜਿੱਥੇ 8 ਮਹੀਨੇ ਪਹਿਲਾਂ ਮੁਸੋਲਿਨੀ ਨੇ ਆਪਣੇ 15 ਵਿਰੋਧੀਆਂ ਨੂੰ ਗੋਲੀ ਮਾਰ ਦਿੱਤੀ ਸੀ। ਰੇ ਮੋਸਲੇ ਆਪਣੀ ਕਿਤਾਬ ਦਾ ਲਾਸਟ 600 ਡੇਜ਼ ਆਫ ਡੂਚੇ ਵਿੱਚ ਲਿਖਦੇ ਹਨ ਕਿ ਇਹ ਖਬਰ ਮਿਲਦਿਆਂ ਹੀ ਲਗਭਗ 5000 ਲੋਕਾਂ ਦੀ ਬੇਕਾਬੂ ਭੀੜ ਉੱਤੇ ਇਕੱਠੀ ਹੋ ਗਈ ਸੀ। ਇੱਕ ਔਰਤ ਨੇ ਮੁਸੋਲਿਨੀ ਦੀ ਮ੍ਰਿਤਕ ਦੇਹ ਦੇ ਸਿਰ ਵਿੱਚ 5 ਗੋਲੀਆਂ ਮਾਰ ਕੇ ਕਿਹਾ ਕਿ ਉਸਨੇ ਆਪਣੀ 5 ਬੱਚਿਆਂ ਦੀ ਮੌਤ ਦਾ ਬਦਲਾ ਲੈ ਲਿਆ ਹੈ। ਇੱਕ ਹੋਰ ਔਰਤ ਨੇ ਆਪਣਾ ਸਕਰਟ ਉਤਾਰਿਆ ਅਤੇ ਸਭ ਦੇ ਸਾਹਮਣੇ ਬੈਠ ਕੇ ਮੁਸੋਲਿਨੀ ਦੇ ਵਿਗੜੇ ਹੋਏ ਚਿਹਰੇ ਤੇ ਪਿਸ਼ਾਬ ਕਰ ਦਿੱਤਾ। ਫਿਰ ਇੱਕ ਹੋਰ ਔਰਤ ਆਈ ਅਤੇ ਕਿਧਰੋਂ ਕੋਰੜਾ ਲਿਆਈ। ਇਸ ਨਾਲ ਮੁਸੋਲਿਨੀ ਦੇ ਸਰੀਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਵਿਅਕਤੀ ਨੇ ਮੁਸੋਲਿਨੀ ਦੇ ਮੂੰਹ ਵਿੱਚ ਮਰਿਆ ਹੋਇਆ ਚੂਹਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਚੀ ਉੱਚੀ ਚੀਕ ਕੇ ਕਿਹਾ ਕਿ ਹੁਣ ਇਸ ਮੂੰਹ ਰਾਹੀਂ ਭਾਸ਼ਣ ਦੇ। ਇਸ ਭਿਅੰਕਰ ਦ੍ਰਿਸ਼ ਨੂੰ ਬਿਆਨ ਕਰਦੇ ਹੋਏ ਲੂਸੀਆਨੋ ਗੈਰੀਬਾਲਡੀ ਆਪਣੀ ਕਿਤਾਬ ਮੁਸੋਲਿਨੀ ਦਾ ਸੀਕ੍ਰੇਟ ਆਫ ਹਿਸ ਡੈਥ ਵਿੱਚ ਲਿਖਦੇ ਹਨ ਕਿ ਗੁੱਸੇ ਵਿੱਚ ਆਈ ਭੀੜ ਨੂੰ ਇੰਨੀ ਨਫ਼ਰਤ ਸੀ ਕਿ ਉਹ ਸਾਰੀਆਂ 18 ਲਾਸ਼ਾਂ ਤੇ ਚੜ੍ਹ ਗਏ ਅਤੇ ਉਹਨਾਂ ਨੂੰ ਪੈਰਾਂ ਨਾਲ ਕੁਚਲ ਦਿੱਤਾ। ਫਿਰ ਇੱਕ ਮਜ਼ਬੂਤ ਆਦਮੀ ਨੇ ਡੂਚੇ ਦੇ ਸਰੀਰ ਨੂੰ ਆਪਣੇ ਹੱਥ ਨਾਲ ਫੜਿਆ ਅਤੇ ਇਸ ਨੂੰ ਉੱਚਾ ਚੱਕ ਦਿੱਤਾ ਤਾਂ ਜੋ ਉੱਥੇ ਮੌਜੂਦ ਲੋਕ ਇਸ ਨੂੰ ਚੰਗੀ ਤਰ੍ਹਾਂ ਦੇਖ ਸਕਣ। ਫਿਰ ਭੀੜ ਵਿੱਚੋਂ ਇੱਕ ਆਵਾਜ਼ ਆਈ ਕਿ ਹੋਰ ਉੱਚਾ ਚੱਕੋ, ਹੋਰ ਉੱਚਾ ਚੱਕੋ, ਸਾਨੂੰ ਨਜ਼ਰ ਨਹੀਂ ਆ ਰਿਹਾ, ਹੋਰ ਉੱਚਾ ਚੱਕੋ। ਇਹ ਸੁਣ ਕੇ ਉਸ ਵਿਅਕਤੀ ਨੇ ਮੁਸੋਲਿਨੀ, ਉਸ ਦੀ ਪ੍ਰੇਮਿਕਾ ਕਲੈਰੇਟਾ ਅਤੇ 4 ਹੋਰ ਲੋਕਾਂ ਦੀਆਂ ਲਾਸ਼ਾਂ ਨੂੰ ਗਿੱਟੀਆਂ ਦੇ ਦੁਆਲੇ ਰੱਸੀ ਨਾਲ ਬੰਨ੍ਹ ਕੇ ਜ਼ਮੀਨ ਤੋਂ ਕਰੀਬ 6 ਫੁੱਟ ਉੱਪਰ ਲਟਕਾ ਦਿੱਤਾ ਸੀ। ਜਿਵੇਂ ਹੀ ਕਲੈਰੇਟਾ ਦੀ ਲਾਸ਼ ਲਟਕ ਗਈ, ਉਸ ਦੀ ਸਕਰਟ ਫੋਲਡ ਹੋ ਗਈ ਸੀ ਅਤੇ ਉਸ ਦੇ ਚਿਹਰੇ ਤੇ ਡਿੱਗ ਗਈ। ਉਸਨੇ ਸਕਰਟ ਦੇ ਹੇਠਾਂ ਕੋਈ ਪੈਂਟੀ ਨਹੀਂ ਪਾਈ ਹੋਈ ਸੀ। ਭੀੜ ਉਸ ਹਾਲਤ ਵਿੱਚ ਵੀ ਕਲੈਰੇਟਾ ਦੀ ਲਾਸ਼ ਦਾ ਮਜ਼ਾਕ ਉਡਾਉਂਦੀ ਰਹੀ। ਫਿਰ ਇੱਕ ਆਦਮੀ ਅੱਗੇ ਆਇਆ ਅਤੇ ਉਸਨੇ ਕਲੈਰੇਟਾ ਦੀ ਸਕਰਟ ਨੂੰ ਉਸ ਦੇ ਪੱਟਾਂ ਨਾਲ ਬੰਨ੍ਹ ਦਿੱਤਾ। ਸਰਜੀਓ ਲੁਜਾਟੋ, ਜਿਸਨੇ ਮੁਸੋਲਿਨੀ ਅਤੇ ਇੱਕ ਹੋਰ ਕਿਤਾਬ ਦਾ ਬੋਡੀ ਆਫ ਡੂਚੇ ਲਿਖੀ, ਉਸ ਵਿੱਚ ਲਿਖਿਆ ਕਿ ਮੁਸੋਲਿਨੀ ਦਾ ਪੂਰਾ ਚਿਹਰਾ ਖੂਨ ਨਾਲ ਭਿੱਜਿਆ ਹੋਇਆ ਸੀ ਅਤੇ ਉਸ ਦਾ ਮੂੰਹ ਖੁੱਲ੍ਹਾ ਸੀ ਅਤੇ ਕਲੈਰੇਟਾ ਦੀਆਂ ਅੱਖਾਂ ਖਾਲੀ ਸਨ। ਫਿਰ ਫਾਸ਼ੀਵਾਦੀ ਪਾਰਟੀ ਦੇ ਸਾਬਕਾ ਸਕੱਤਰ ਅਚੀਲੇ ਸਟਾਰੇਚੀ ਨੇ ਬਹੁਤ ਹਿੰਮਤ ਦਿਖਾਈ ਅਤੇ ਅੱਗੇ ਆ ਕੇ ਆਪਣੇ ਮਰੇ ਹੋਏ ਨੇਤਾ ਨੂੰ ਫਾਸ਼ੀਵਾਦੀ ਸਲਾਮੀ ਦਿੱਤੀ। ਉਸ ਸਮੇਂ ਉਸ ਦੇ ਜੋਗਿੰਗ ਸੂਟ ਪਾਇਆ ਹੋਇਆ ਸੀ। ਉਸ ਨੂੰ ਤੁਰੰਤ ਫੜ ਲਿਆ ਗਿਆ ਅਤੇ ਸਾਰਿਆਂ ਦੇ ਸਾਹਮਣੇ ਪਿੱਠ ਵਿੱਚ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਫਾਸ਼ੀਵਾਦੀ ਪਾਰਟੀ ਦੇ ਵੱਡੇ ਨੇਤਾ ਫਰਾਂਸਿਸਕੋ ਬਾਰਸ਼ੀਓ ਦੀ ਲਟਕਦੀ ਹੋਈ ਲਾਸ਼ ਦੀ ਰੱਸੀ ਟੁੱਟ ਗਈ ਅਤੇ ਉਹ ਜ਼ਮੀਨ ਤੇ ਡਿੱਗ ਗਿਆ। ਫਿਰ ਮੁਸੋਲਿਨੀ ਦੇ ਸਰੀਰ ਦੀ ਰੱਸੀ ਕੱਟ ਦਿੱਤੀ ਗਈ ਅਤੇ ਉਸ ਦਾ ਸਰੀਰ ਵੀ ਜ਼ਮੀਨ ਤੇ ਸਿੱਟ ਦਿੱਤਾ ਗਿਆ। ਟਾਈਮ ਮੈਗਜ਼ੀਨ ਦਾ ਇੱਕ ਪੱਤਰਕਾਰ ਰੇਗ ਇਗਰਹਾਮ ਵੀ ਇਸ ਨਜ਼ਾਰੇ ਨੂੰ ਦੇਖ ਰਿਹਾ ਸੀ। ਉਸਨੇ ਬਾਅਦ ਵਿੱਚ ਆਪਣੇ ਲੇਖ ਦਾ ਡੈਥ ਇਨ ਮਿਲਾਨ ਵਿੱਚ ਲਿਖਿਆ ਕਿ ਮੇਰੀਆਂ ਅੱਖਾਂ ਸਾਹਮਣੇ ਸਭ ਕੁਝ ਵਾਪਰ ਰਿਹਾ ਸੀ। ਅਚਾਨਕ ਇੱਕ ਆਦਮੀ ਸਾਰੀਆਂ ਲਾਸ਼ਾਂ ਤੇ ਚੜ੍ਹ ਆਇਆ ਅਤੇ ਪੂਰੇ ਜ਼ੋਰ ਨਾਲ ਮੁਸੋਲਿਨੀ ਦੇ ਗੰਜੇ ਸਿਰ ਉਤੇ ਲੱਤ ਮਾਰ ਦਿੱਤੀ। ਫਿਰ ਇੱਕ ਹੋਰ ਆਦਮੀ ਨੇ ਰਾਈਫਲ ਦੇ ਬੱਟ ਨਾਲ ਮਰੇ ਹੋਏ ਮੁਸੋਲਿਨੀ ਦੇ ਸਿਰ ਨੂੰ ਦੁਬਾਰਾ ਸਿੱਧਾ ਕੀਤਾ। ਮੌਤ ਤੋਂ ਬਾਅਦ ਮੁਸੋਲਿਨੀ ਬਹੁਤ ਜਵਾਨ ਲੱਗ ਰਿਹਾ ਸੀ। ਉਸਨੇ ਫਾਸ਼ੀਵਾਦੀ ਮਿਲੀਸ਼ੀਆ ਦੀ ਵਰਦੀ ਪਾਈ ਹੋਈ ਸੀ। ਪੈਰਾਂ ਵਿੱਚ ਕਾਲੇ ਰੰਗ ਦੇ ਬੂਟ ਸਨ ਜੋ ਚਿੱਕੜ ਨਾਲ ਢਕੇ ਹੋਏ ਸਨ।
ਇੱਕ ਗੋਲੀ ਉਸ ਦੀ ਖੱਬੀ ਅੱਖ ਦੇ ਨੇੜੇ ਜਾ ਕੇ ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿੱਚੋਂ ਨਿਕਲ ਗਈ ਸੀ, ਜਿਸ ਕਾਰਨ ਉਸ ਦੇ ਸਿਰ ਵਿੱਚ ਵੱਡਾ ਛੇਦ ਹੋ ਗਿਆ ਸੀ, ਜਿਸ ਦੇ ਨਾਲ ਹੀ ਉਸ ਦੇ ਦਿਮਾਗ ਦਾ ਕੁਝ ਹਿੱਸਾ ਬਾਹਰ ਆ ਗਿਆ ਸੀ। ਉਸ ਦੀ 25 ਸਾਲਾ ਪ੍ਰੇਮਿਕਾ ਕਲਾਰੇਟਾ ਪੈਟਾਚੀ ਨੇ ਚਿੱਟੇ ਰੇਸ਼ਮ ਦਾ ਬਲਾਊਜ਼ ਪਾਇਆ ਹੋਇਆ ਸੀ। ਉਸ ਦੀ ਛਾਤੀ ਤੇ ਗੋਲੀਆਂ ਦੇ 2 ਛੇਦ ਸਨ, ਜਿਸ ਵਿੱਚੋਂ ਖੂਨ ਨਿਕਲਿਆ ਹੋਇਆ ਸੀ। ਦੁਪਹਿਰ 1 ਵਜੇ ਅਮਰੀਕੀ ਸੈਨਿਕਾਂ ਦੇ ਦਖਲ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਲੱਕੜ ਦੇ ਤਾਬੂਤ ਵਿੱਚ ਰੱਖ ਕੇ ਸ਼ਹਿਰ ਦੇ ਮੁਰਦਾ ਘਰ ਵਿੱਚ ਭੇਜ ਦਿੱਤਾ ਗਿਆ। ਉੱਥੇ ਹੀ ਮੁਸੋਲਿਨੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮੁਸੋਲਿਨੀ, ਜੋ ਕਿ 5 ਫੁੱਟ 6 ਇੰਚ ਲੰਬਾ ਸੀ, ਇਸ ਦਾ ਵਜ਼ਨ ਉਸ ਸਮੇਂ ਲਗਭਗ 80 ਕਿਲੋਗ੍ਰਾਮ ਸੀ। ਉਸ ਦੀ ਮੌਤ ਦਾ ਕਾਰਨ ਸੀ 4 ਗੋਲੀਆਂ ਜੋ ਉਸ ਦੀ ਛਾਤੀ ਵਿੱਚ ਵੜ ਗਈਆਂ ਸਨ। ਉਸ ਦੇ ਪੇਟ ਤੇ ਅਲਸਰ ਦੇ ਨਿਸ਼ਾਨ ਸਨ, ਪਰ ਸਿਫਿਲਿਸ ਦਾ ਕੋਈ ਨਿਸ਼ਾਨ ਨਹੀਂ ਸੀ। ਇਸ ਤੋਂ ਪਹਿਲਾਂ ਇਹ ਅਫਵਾਹ ਫੈਲ ਗਈ ਸੀ ਕਿ ਮੁਸੋਲਿਨੀ ਸਿਫਿਲਿਸ ਤੋਂ ਪੀੜਤ ਹੈ। ਮੁਸੋਲਿਨੀ ਦੀ ਲਾਸ਼ ਨੂੰ ਮਿਲਾਨ ਵਿੱਚ ਮੁਸੋਕੋ ਕਬਰਸਤਾਨ ਵਿੱਚ ਕਬਰ ਨੰਬਰ 384 ਵਿੱਚ ਦਫਨਾਇਆ ਗਿਆ ਸੀ। ਉਸ ਦੀ ਵਸੀਅਤ ਦਾ ਇੱਕ ਹਿੱਸਾ ਵਾਸ਼ਿੰਗਟਨ ਵਿੱਚ ਸੈਂਟ ਐਲਿਜ਼ਾਬੈਥ ਦੇ ਮਨੋਵਿਗਿਆਨ ਹਸਪਤਾਲ ਨੂੰ ਜਾਂਚ ਲਈ ਭੇਜਿਆ ਗਿਆ ਸੀ ਅਤੇ ਦਹਾਕਿਆਂ ਬਾਅਦ ਉਸ ਦੀ ਵਿਧਵਾ ਡੋਨਾ ਰੇਚਲ ਨੂੰ ਵਾਪਸ ਕਰ ਦਿੱਤਾ ਗਿਆ ਸੀ। ਕਲੈਰੇਟਾ ਨੂੰ 2 9mm ਗੋਲੀਆਂ ਨਾਲ ਮਾਰਿਆ ਗਿਆ ਸੀ। ਉਸ ਨੂੰ ਵੀ ਰੀਟਾ ਕੋਲਫੋਸਕੋ ਦੇ ਨਾਂ ਹੇਠ ਮਿਲਾਨ ਵਿੱਚ ਦਫਨਾਇਆ ਗਿਆ ਸੀ। ਮੁਸੋਲਿਨੀ ਅਤੇ ਕਲੈਰੇਟਾ ਦੀਆਂ ਮੌਤਾਂ ਦੀ ਅੰਤਿਮ ਗਿਣਤੀ 18 ਅਪ੍ਰੈਲ 1945 ਨੂੰ ਮਿਲਾਨ ਪਹੁੰਚਣ ਤੋਂ ਬਾਅਦ ਸ਼ੁਰੂ ਹੋਈ ਸੀ। 21 ਅਪ੍ਰੈਲ ਨੂੰ ਹਾਈ ਕਮਾਂਡ ਨੇ ਅਮਰੀਕੀ OSS ਦੇ ਪੈਰਾਟਰੂਪਰ ਨੂੰ ਭੇਜ ਕੇ ਮੁਸੋਲਿਨੀ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ। ਅਗਲੇ ਹੀ ਦਿਨ ਮੁਸੋਲਿਨੀ ਦੀ ਰੱਖਿਆ ਕਰਨ ਵਾਲੀ ਜਰਮਨ ਵੈਫਨ SS ਬਟਾਲੀਅਨ ਨੂੰ ਹਟਾ ਦਿੱਤਾ ਗਿਆ ਸੀ ਅਤੇ ਅੱਗੇ ਵਧ ਰਹੀਆਂ ਸਹਿਯੋਗੀ ਅਤੇ ਕਮਿਊਨਿਸਟ ਪੱਖਪਾਤੀ ਤਾਕਤਾਂ ਦਾ ਸਾਹਮਣਾ ਕਰਨ ਲਈ ਭੇਜਿਆ ਗਿਆ। ਬਲੇਨ ਟੇਲਰ ਵਾਰਫੇਅਰ ਹਿਸਟਰੀ ਨੈਟਵਰਕ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਦਾ ਸ਼ੌਕਿੰਗ ਸਟੋਰੀ ਆਫ ਹਾਊ ਮੁਸੋਲਿਨੀ ਦੀ ਮੌਤ ਵਿੱਚ ਲਿਖਦੇ ਹਨ ਕਿ ਉਸ ਸਮੇਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਮੁਸੋਲਿਨੀ ਦੇ ਕੁਝ ਫਾਸ਼ੀਵਾਦੀ ਸਾਥੀ ਅਤੇ ਕਲੈਰੇਟਾ ਦੇ ਭਰਾ ਮਾਰਸੈਲੋ ਮੁਸੋਲਿਨੀ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਜਰਮਨੀ ਵੀ ਆਪਣੀ ਇੱਜ਼ਤ ਬਚਾਉਣ ਲਈ ਮੁਸੋਲਿਨੀ ਦੇ ਸਹਿਯੋਗੀ ਦੇਸ਼ਾਂ ਨਾਲ ਸੌਦਾ ਕਰਨ ਲਈ ਤਿਆਰ ਹੋ ਗਏ ਸਨ। ਕੈਥੋਲਿਕ ਚਰਚ ਅਤੇ ਕੁਝ ਦੱਖਣੀ ਅਮਰੀਕੀ ਦੇਸ਼ਾਂ ਨੇ ਵੀ ਮੁਸੋਲਿਨੀ ਨੂੰ ਸ਼ਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਮੁਸੋਲਿਨੀ ਨੇ ਇਸ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਕਦੇ ਵੀ ਆਤਮ ਸਮਰਪਣ ਨਹੀਂ ਕਰੇਗਾ ਅਤੇ ਅੰਤ ਤੱਕ ਲੜੇਗਾ। ਜਦੋਂ ਮੁਸੋਲਿਨੀ ਨੂੰ ਪਤਾ ਲੱਗਾ ਕਿ ਜਰਮਨੀ ਦੇ ਸਿਪਾਹੀ 25 ਅਪ੍ਰੈਲ ਨੂੰ ਗੁਪਤ ਤੌਰ ਤੇ ਆਤਮ ਸਮਰਪਣ ਕਰਨ ਦੀ ਯੋਜਨਾ ਬਣਾ ਰਹੇ ਹਨ, ਤਾਂ ਉਹ ਜਲਦੀ ਨਾਲ ਮਿਲਾਨ ਛੱਡ ਗਿਆ ਸੀ। ਉਸ ਦੇ ਨਾਲ ਉਸ ਦਾ ਜਰਮਨ ਬਾਡੀਗਾਰਡ ਮੁਖੀ ਫ੍ਰਿਟਜ਼ ਬਰਗਰ ਅਤੇ ਗੁਪਤ ਪੁਲਿਸ ਲੈਫਟੀਨੈਂਟ ਓਟੋ ਕਿਸਨੇਟ ਉਸ ਦੇ ਨਾਲ ਸਨ। ਉਹਨਾਂ ਦੋਵਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਮੁਸੋਲਿਨੀ ਨੂੰ ਉਸ ਦੀਆਂ ਨਜ਼ਰਾਂ ਤੋਂ ਦੂਰ ਨਾ ਜਾਣ ਦਿਓ ਅਤੇ ਜੇਕਰ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿਓ। ਹਾਲਾਂਕਿ ਮੁਸੋਲਿਨੀ ਨੂੰ ਕਿਹਾ ਗਿਆ ਕਿ ਨਿਰਪੱਖ ਸਵਿਟਜ਼ਰਲੈਂਡ ਉਸ ਨੂੰ ਸਵੀਕਾਰ ਨਹੀਂ ਕਰੇਗਾ, ਫਿਰ ਵੀ ਉਹ ਆਖਰੀ ਲੜਾਈ ਲੜਨ ਦੀ ਬਜਾਏ ਸਵਿਟਜ਼ਰਲੈਂਡ ਵੱਲ ਵਧ ਗਿਆ। ਹਾਲਾਂਕਿ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਮੁਸੋਲਿਨੀ ਸਵਿਟਜ਼ਰਲੈਂਡ ਨਹੀਂ ਜਾਣਾ ਚਾਹੁੰਦਾ ਸੀ, ਪਰ ਉਹ ਆਸਟਰੀਆ ਦੇ ਟਿਲੇਰੀਅਨ ਖੇਤਰ ਵਿੱਚ ਜਾਣਾ ਚਾਹੁੰਦਾ ਸੀ ਜੋ ਨਾਜ਼ੀਆਂ ਦੇ ਕਬਜ਼ੇ ਵਿੱਚ ਸੀ। 27 ਅਪ੍ਰੈਲ ਨੂੰ ਮੁਸੋਲਿਨੀ ਦੇ ਭੱਜਣ ਵਾਲੇ ਕਾਫਲੇ ਨੂੰ ਕੋਮੋ ਝੀਲ ਦੇ ਨੇੜੇ 52ਵੇਂ ਗੈਰੀਬਾਲਡੀ ਪਾਰਟੀਸ਼ਨ ਬ੍ਰਿਗੇਡ ਦੇ ਸਿਪਾਹੀਆਂ ਨੇ ਉਸ ਨੂੰ ਰੋਕ ਲਿਆ। ਉਸਨੇ ਜਰਮਨ ਸੈਨਿਕਾਂ ਨੂੰ ਕਿਹਾ ਕਿ ਉਹਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜਰਮਨ ਸੈਨਿਕਾਂ ਨੇ ਕਿਹਾ ਕਿ ਉਸ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਏਗੀ ਬਸ਼ਰਤੇ ਉਹ ਆਪਣੇ ਨਾਲ ਆਏ ਇਟਾਲੀਅਨਾਂ ਨੂੰ ਸਾਡੇ ਹਵਾਲੇ ਸੌਂਪ ਦੇਣ। ਰੇ ਮੋਸਲੇ ਦਾ ਕਹਿਣਾ ਹੈ ਕਿ ਲੈਫਟੀਨੈਂਟ ਹੰਸ ਫਾਲਮੇਅਰ ਅਤੇ ਫ੍ਰਿਟਜ਼ ਬਰਗਰ, ਜੋ ਕਿ ਮੁਸੋਲਿਨੀ ਦੇ ਨਾਲ ਸਨ, ਉਸਨੇ ਇਹ ਸ਼ਰਤ ਨੂੰ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ। ਜਦੋਂ ਬਰਗਰ ਨੇ ਬਖਤਰਬੰਦ ਕਾਰ ਵਿੱਚ ਸਫ਼ਰ ਕਰ ਰਹੇ ਮੁਸੋਲਿਨੀ ਨੂੰ ਆਪਣੇ ਫੈਸਲੇ ਦਾ ਐਲਾਨ ਕੀਤਾ ਤਾਂ ਉਸਨੇ ਇਸ ਦਾ ਵਿਰੋਧ ਕੀਤਾ, ਪਰ ਹੋਰ ਕੋਈ ਵਿਕਲਪ ਨਾ ਹੋਣ ਦੇ ਕਾਰਨ ਉਹ ਇਸ ਸ਼ਰਤ ਲਈ ਰਾਜ਼ੀ ਹੋ ਗਿਆ। ਫਿਰ ਬਰਗਰ ਨੇ ਆਪਣਾ ਇੱਕ ਓਵਰਕੋਟ ਉਤਾਰ ਕੇ ਮੁਸੋਲਿਨੀ ਨੂੰ ਪਹਿਨਾਇਆ, ਪਰ ਮੁਸੋਲਿਨੀ ਇਸ ਨੂੰ ਪਹਿਨਣ ਵਿੱਚ ਝਿਜਕ ਰਿਹਾ ਸੀ ਕਿਉਂਕਿ ਉਸਨੇ ਸੋਚਿਆ ਸੀ ਕਿ ਜਰਮਨ ਸਿਪਾਹੀ ਦੀ ਵਰਦੀ ਪਹਿਨੇ ਅਤੇ ਜਰਮਨ ਵਾਹਨ ਵਿੱਚ ਜਾਣਾ ਉਸ ਲਈ ਬਹੁਤ ਸ਼ਰਮਨਾਕ ਹੋਵੇਗਾ। ਮੁਸੋਲਿਨੀ ਬਖਤਰਬੰਦ ਕਾਰ ਤੋਂ ਹੇਠਾਂ ਉਤਰਿਆ ਅਤੇ ਇੱਕ ਹੋਰ ਟਰੱਕ ਵਿੱਚ ਸਵਾਰ ਹੋ ਗਿਆ। ਉਸਨੇ ਜਰਮਨ ਫੌਜ ਦਾ ਸਟੀਲ ਹੈਲਮਟ ਉਲਟਾ ਪਾਇਆ ਹੋਇਆ ਸੀ। ਲੈਫਟੀਨੈਂਟ ਬਰਗਰ ਨੇ ਉਸ ਨੂੰ ਸਿੱਧਾ ਕੀਤਾ। ਕਾਫਲੇ ਵਿੱਚ ਚੌਥੇ ਟਰੱਕ ਵਿੱਚ ਇੱਕ ਕੋਨੇ ਵਿੱਚ ਲੇਟ ਕੇ ਮੁਸੋਲਿਨੀ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਰਾਬੀ ਸੀ
ਪਰ ਨਿਕੋਲਾ ਬੰਬਾਚੀ ਇੱਕ ਆਸਟਰੀਅਨ ਅਤੇ ਫਾਸੀਵਾਦੀ ਪਾਰਟੀ ਦੇ ਮੈਂਬਰ ਸਨ। ਉਸਨੇ ਪਾਰਟੀਸ਼ਨਸ ਨੂੰ ਦੱਸਿਆ ਕਿ ਕਾਫਲੇ ਵਿੱਚ ਕੁਝ ਇਟਾਲੀਅਨ ਵੀ ਸਫ਼ਰ ਕਰ ਰਹੇ ਹਨ, ਇਸ ਲਈ ਤੁਸੀਂ ਟਰੱਕਾਂ ਦੀ ਖੋਜ ਕਰੋ। ਫਿਰ ਪਾਰਟੀਆਂ ਨੇ ਟਰੱਕਾਂ ਦੇ ਕਾਫਲੇ ਨੂੰ ਰੋਕ ਦਿੱਤਾ। ਇਟਾਲੀਅਨ ਨੇਵੀ ਦੇ ਇੱਕ ਕਮਾਂਡਰ ਗੁਇਸੇਪ ਨੇਗਰੀ ਨੇ ਟਰੱਕ ਦੀ ਤਲਾਸ਼ੀ ਲਈ ਅਤੇ ਤੁਰੰਤ ਮੁਸੋਲਿਨੀ ਨੂੰ ਪਹਿਚਾਨ ਲਿਆ। ਉਸਨੇ ਆਪਣੇ ਸਾਥੀ ਅਰਬਾਨੋ ਲਾਜ਼ਾਰੋ ਨੂੰ ਸੂਚਿਤ ਕੀਤਾ ਕਿ ਮੁਸੋਲਿਨੀ ਸਾਡੀ ਰਿਆਸਤ ਵਿੱਚ ਹੈ। ਲਾਜ਼ਾਰੋ ਟਰੱਕ ਦੇ ਉੱਪਰ ਚੜ੍ਹ ਗਿਆ ਅਤੇ ਮੁਸੋਲਿਨੀ ਦੇ ਮੋਢੇ ਤੇ ਥਪਥਪਾਉਂਦੇ ਹੋਏ ਕਿਹਾ, ਕਾਮਰੇਡ। ਪਰ ਮੁਸੋਲਿਨੀ ਨੇ ਜਵਾਬ ਨਹੀਂ ਦਿੱਤਾ। ਉਸਨੇ ਮੁਸੋਲਿਨੀ ਦੇ ਮੋਢੇ ਤੇ ਥੱਪੜ ਮਾਰਿਆ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਯੋਰ ਐਕਸੀਲੈਂਸੀ। ਪਰ ਮੁਸੋਲਿਨੀ ਅਜੇ ਵੀ ਚੁੱਪ ਸੀ। ਫਿਰ ਲਾਜ਼ਾਰੋ ਨੇ ਤੀਜੀ ਵਾਰ ਕਿਹਾ, ਕੈਵਲੀਅਰ ਬੈਨੀਟੋ ਮੁਸੋਲਿਨੀ। ਉਸਨੇ ਬਾਅਦ ਵਿੱਚ ਦੱਸਿਆ, ਮੈਂ ਮੁਸੋਲਿਨੀ ਦਾ ਹੈਲਮਟ ਲਾ ਦਿੱਤਾ ਸੀ, ਉਸ ਦਾ ਸਿਰ ਗੰਜਾ ਸੀ। ਫਿਰ ਮੈਂ ਉਸ ਦੀ ਐਨਕ ਲਾ ਦਿੱਤੀ ਅਤੇ ਉਸ ਦਾ ਕਾਲਰ ਨੀਵਾ ਕੀਤਾ। ਮੁਸੋਲਿਨੀ ਮੇਰੇ ਸਾਹਮਣੇ ਬੈਠਾ ਸੀ। ਫਿਰ ਕੀ ਹੋਇਆ? ਲਾਜ਼ਾਰੋ ਨੇ ਮੁਸੋਲਿਨੀ ਦੀ ਮਸ਼ੀਨ ਗਨ ਚੁੱਕੀ ਅਤੇ ਫਿਰ ਬਿਨਾਂ ਕੋਈ ਸ਼ਬਦ ਕਹੇ ਮੁਸੋਲਿਨੀ ਨੇ ਖੁਦ ਨੂੰ ਆਪਣੀ 9 mm ਵਾਲੀ ਬੈਰਲ ਵਾਲੀ ਗੈਲੀਸੈਂਟੀ ਆਟੋਮੈਟਿਕ ਪਿਸਤੌਲ ਸੌਂਪ ਦਿੱਤੀ। ਫਿਰ ਲਾਜ਼ਾਰੋ ਨੇ ਉਸਨੂੰ ਪੁੱਛਿਆ ਕਿ ਤੇਰੇ ਕੋਲ ਕੋਈ ਹੋਰ ਹਥਿਆਰ ਹੈ? ਇਸਨੇ ਉਸਨੂੰ ਕਿਹਾ, ਮੈਂ ਮੁਸੋਲਿਨੀ ਹਾਂ, ਮੈਂ ਤੁਹਾਡੇ ਲਈ ਕੋਈ ਮੱਸਿਆ ਪੈਦਾ ਨਹੀਂ ਕਰਾਂਗਾ। ਮੁਸੋਲਿਨੀ ਨੂੰ ਟਰੱਕ ਵਿੱਚੋਂ ਕੱਢ ਕੇ ਟਾਊਨ ਹਾਲ ਵਿੱਚ ਲਿਜਾਇਆ ਗਿਆ। ਰੇ ਮੋਸਲੇ ਦੇ ਅਨੁਸਾਰ ਮੁਸੋਲਿਨੀ ਨੇ ਉਸ ਨੂੰ ਫਰੀਟਜ਼ਬਰਗਰ ਦੁਆਰਾ ਦਿੱਤਾ ਗਿਆ ਓਵਰਕੋਟ ਉਤਾਰ ਦਿੱਤਾ ਸੀ ਕਿਉਂਕਿ ਉਹ ਉਸਦੇ ਬਹੁਤ ਵੱਡਾ ਸੀ। ਇਸ ਦੇ ਨੀਚੇ ਉਸਨੇ ਕਾਲੇ ਰੰਗ ਦੀ ਕਮੀਜ਼ ਅਤੇ ਮਲੇਸ਼ੀਆ ਟਰਾਊਜ਼ਰ ਪਾਇਆ ਹੋਇਆ ਸੀ। ਉਸ ਸਮੇਂ ਉਸਦੇ ਹੱਥ ਵਿੱਚ ਇੱਕ ਬਰੀਫ ਕੇਸ ਸੀ ਜਿਸ ਵਿੱਚ ਉਸਨੇ ਬਹੁਤ ਜ਼ਰੂਰੀ ਨਿੱਜੀ ਕਾਗਜ਼ ਰੱਖੇ ਹੋਏ ਸਨ। ਜਦੋਂ ਉਹ ਬਰੀਫ ਕੇਸ ਉਸ ਕੋਲੋਂ ਲੈ ਲਿਆ ਗਿਆ ਤਾਂ ਮੁਸੋਲਿਨੀ ਨੇ ਕਿਹਾ, ਇਸ ਨੂੰ ਸੁਰੱਖਿਅਤ ਰੱਖਿਓ, ਇਹ ਇਟਲੀ ਲਈ ਬਹੁਤ ਕੀਮਤੀ ਹੈ। ਬਾਅਦ ਵਿੱਚ ਜਦੋਂ ਇਹਨਾਂ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਮੁਸੋਲਿਨੀ ਦੁਆਰਾ ਹਿਟਲਰ ਅਤੇ ਚਰਚਿਲ ਨੂੰ ਲਿਖੀਆਂ ਚਿੱਠੀਆਂ ਮਿਲੀਆਂ। ਇਸ ਵਿੱਚ ਇਟਲੀ ਦੇ ਕਰਾਊਨ ਪ੍ਰਿੰਸ ਅੰਬਰਟੋ ਦੀਆਂ ਸਮਲਿੰਗੀ ਗਤੀਵਿਧੀਆਂ ਦਾ ਵੇਰਵਾ ਵੀ ਮਿਲਿਆ। ਫਿਰ ਮੁਸੋਲਿਨੀ ਨੂੰ ਬੋਨਜ਼ਾਨੇਗੋ ਦੇ ਫਾਰਮ ਹਾਊਸ ਵਿੱਚ ਲਿਜਾਇਆ ਗਿਆ। ਕੁਝ ਸਮੇਂ ਬਾਅਦ ਉਸ ਦੀ ਪ੍ਰੇਮਿਕਾ ਕਲੈਰੇਟਾ ਪੈਟਾਚੀ ਨੂੰ ਵੀ ਉੱਥੇ ਲੈ ਕੇ ਆਇਆ ਗਿਆ। ਦੋਹਾਂ ਨੇ ਉਸ ਰਾਤ ਇੱਕੋ ਬੈੱਡ ਤੇ ਬਿਤਾਈ। ਇਸ ਦੌਰਾਨ ਕਰਨਲ ਵੈਲੇਰੀਓ ਨੂੰ ਮਿਲਾਨ ਤੋਂ ਮੌਤ ਦੀ ਸਜ਼ਾ ਸੁਣਾਉਣ ਲਈ ਭੇਜਿਆ ਗਿਆ। ਵੈਲੇਰੀਓ ਨੇ ਮੁਸੋਲਿਨੀ ਅਤੇ ਕਲੈਰੇਟਾ ਦੋਵਾਂ ਨੂੰ ਕਾਰ ਵਿੱਚ ਬਿਠਾਇਆ। 19 ਸਾਲਾ ਡਰੋਨਾ ਮਜ਼ੋਲਾ ਨੇ ਬਾਅਦ ਵਿੱਚ ਇਹ ਦਾਅਵਾ ਕੀਤਾ ਕਿ ਉਸ ਨੇ ਮੁਸੋਲਿਨੀ ਅਤੇ ਕਲੈਰੇਟਾ ਨੂੰ ਡਿਮਰੀਆ ਫਾਰਮ ਹਾਊਸ ਦੇ ਬਾਹਰ ਗੋਲੀ ਮਾਰਦੇ ਦੇਖਿਆ ਸੀ। ਬਾਅਦ ਵਿੱਚ ਇਸ ਦਾਅਵੇ ਦੇ ਆਧਾਰ ਤੇ ਇਤਿਹਾਸਕਾਰਾਂ ਨੇ ਇਸ ਤੱਥ ਨੂੰ ਚੁਣੌਤੀ ਦਿੱਤੀ ਕਿ ਦੋਵਾਂ ਨੂੰ ਵਿਲਾ ਬੇਲਮੋਂਟ ਦੇ ਮੁੱਖ ਗੇਟ ਤੇ ਗੋਲੀ ਮਾਰੀ ਸੀ। ਮੁਸੋਲਿਨੀ ਅਤੇ ਕਲੈਰੇਟਾ ਤੇ ਪਹਿਲੀ ਗੋਲੀ ਕਿਸਨੇ ਚਲਾਈ, ਇਸ ਨੂੰ ਲੈ ਕੇ ਅੱਜ ਵੀ ਵਿਵਾਦ ਹੈ। ਇਹ ਵੀ ਕਿਹਾ ਗਿਆ ਸੀ ਕਿ ਮੁਸੋਲਿਨੀ ਅਤੇ ਕਲੈਰੇਟਾ ਦੀਆਂ ਲਾਸ਼ਾਂ ਜੋ ਪਹਿਲਾਂ ਹੀ ਮਾਰ ਦਿੱਤੀਆਂ ਗਈਆਂ ਸਨ, ਉਹਨਾਂ ਨੂੰ ਵਿਲਾ ਬੇਲਮੋਂਟ ਵਿਖੇ ਦੁਬਾਰਾ ਗੋਲੀਬਾਰੀ ਕੀਤੀ ਗਈ ਸੀ। ਬਾਅਦ ਵਿੱਚ ਮਾਰਚ 1947 ਵਿੱਚ ਰੋਮ ਵਿੱਚ ਇੱਕ ਚੋਣ ਰੈਲੀ ਵਿੱਚ ਵਾਲਟਰ ਓਡੀਸੀਓ ਨਾਮ ਦੇ ਇੱਕ ਪੱਖਪਾਤੀ ਵਿਅਕਤੀ ਨੇ 40,000 ਲੋਕਾਂ ਦੇ ਸਾਹਮਣੇ ਕਬੂਲ ਕੀਤਾ ਕਿ ਉਸਨੇ ਹੀ ਮੁਸੋਲਿਨੀ ਅਤੇ ਕਲੈਰੇਟਾ ਨੂੰ ਗੋਲੀ ਮਾਰੀ ਸੀ। ਓਡੀਸੀਓ ਨੇ ਇਹ ਚੋਣ ਬਾਅਦ ਦੇ ਵਿੱਚ ਜਿੱਤੀ ਸੀ। ਬਾਅਦ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਗੋਲੀਬਾਰੀ ਕਰਦੇ ਸਮੇਂ ਓਡੀਸੀਓ ਦੀ ਸਬ ਮਸ਼ੀਨ ਗਨ ਅਤੇ ਪਿਸਤੌਲ ਦੋਵੇਂ ਫੇਲ ਹੋ ਗਏ ਸਨ ਅਤੇ ਫਿਰ ਓਡੀਸੀਓ ਨੇ ਆਪਣੇ ਇੱਕ ਸਾਥੀ ਮੋਰੇਟੋ ਦੀ ਸਬ ਮਸ਼ੀਨ ਗਨ ਤੋਂ ਮੁਸੋਲਿਨੀ ਤੇ 5 ਗੋਲੀਆਂ ਚਲਾਈਆਂ। ਬਾਅਦ ਵਿੱਚ ਮੁਸੋਲਿਨੀ ਦੇ ਆਖਰੀ ਪਲਾਂ ਦਾ ਵਰਣਨ ਕਰਦੇ ਹੋਏ ਵੈਲੇਰੀਓ ਨੇ ਕਿਹਾ ਕਿ ਮੁਸੋਲਿਨੀ ਆਪਣੇ ਆਖਰੀ ਪਲਾਂ ਵਿੱਚ ਡਰ ਨਾਲ ਕੰਬ ਰਿਹਾ ਸੀ ਅਤੇ ਆਪਣੀ ਜਾਨ ਬਚਾਉਣ ਲਈ ਬੇਨਤੀ ਕਰ ਰਿਹਾ ਸੀ। ਇੱਕ ਪਾਰਟੀਸ਼ਨ ਅਨੁਸਾਰ ਮੁਸੋਲਿਨੀ ਦੇ ਆਖਰੀ ਸ਼ਬਦ ਇਹ ਸਨ, ਮੇਰੀ ਛਾਤੀ ਵਿੱਚ ਗੋਲੀ ਮਾਰੋ। ਇੱਕ ਹੋਰ ਵਿਅਕਤੀ ਨੇ ਯਾਦ ਕੀਤਾ ਕਿ ਮੁਸੋਲਿਨੀ ਨੇ ਮੇਰੇ ਦਿਲ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਇਹ ਹੈ ਕਿ ਮੁਸੋਲਿਨੀ ਦੇ ਸਰੀਰ ਨਾਲ ਕੀਤੇ ਗਏ ਮਾੜੇ ਸਲੂਕ ਨੇ ਸ਼ਾਇਦ ਹਿਟਲਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਸੀ। ਪ੍ਰੋਫੈਸਰ ਕਰਟਜ਼ਰ ਨੇ ਆਪਣੀ ਕਿਤਾਬ ਦ ਪੋਪ ਐਂਡ ਮੁਸੋਲਿਨੀ ਵਿੱਚ ਲਿਖਿਆ, ਹਿਟਲਰ ਨੂੰ 29 ਅਪ੍ਰੈਲ 1945 ਨੂੰ ਰੇਡੀਓ ਰਾਹੀਂ ਆਪਣੇ ਭੂਮੀਗਤ ਬੰਕਰ ਵਿੱਚ ਮੁਸੋਲਿਨੀ ਦੀ ਮੌਤ ਦੀ ਖਬਰ ਮਿਲੀ। ਸਾਰੀ ਗੱਲ ਜਾਣਨ ਤੋਂ ਬਾਅਦ ਹਿਟਲਰ ਨੇ ਕਿਹਾ ਕਿ ਮੇਰੀ ਮ੍ਰਿਤਕ ਦੇਹ ਕਿਸੇ ਵੀ ਕੀਮਤ ਤੇ ਦੁਸ਼ਮਣਾਂ ਦੇ ਹੱਥ ਨਹੀਂ ਆਉਣੀ ਚਾਹੀਦੀ। ਦੋਸਤੋ, ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ। ਧੰਨਵਾਦ ਜੀ ਸਾਰਿਆਂ ਦਾ।